ਜਿਹੜੀ ਗੱਲ ਇੱਕ ਆ ਰਹੀ ਕੁਛ ਲੀਡਰਾਂ ਵੱਲੋਂ ਜਿਵੇਂ ਉਗਰਾਹਾਂ ਜੀ ਨੇ ਵੀ ਕਿਹਾ ਸੀ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ ਤੇ ਕਿਤੇ ਚਰੂਨੀ ਸਾਹਿਬ ਕਹਿ ਰਹੇ ਆ ਵੀ ਨਹੀਂ ਵੋਟਾਂ 'ਚ ਖੜਨਾ ਆ ਅਸੀਂ ਤੇ ਕਿਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਵੀ ਨਹੀਂ ਇਹਦਾ ਵਿਰੋਧ ਕਰਨਾ। ਇਹ ਅਲੱਗ-ਅਲੱਗ ਵਿਚਾਰ ਕਿਉਂ ਆ ਰਹੇ ਆ, ਇਹਦਾ ਕੀ ਰੀਜ਼ਨ? बहुत सारिया पोलीटिकल पार्टीज़ ने वो लगातार इस गल ते लगातार जोर जड़ियाँ ने वो ला रही ने कि भी राष्ट्रपति राज लग जू राष्ट्रपति राज लग जूगा। जो वाकई राष्ट्रपति राज का लगन का फिक्र है, राष्ट्रपति राज किस आधार पर कह रहे हैं कि सियासी पार्टियां का विरोध हो रहा, सियासी रैलियां का विरोध हो रहा, वो करके तनाव पैदा हो रहा। तो जो उन्होंने राष्ट्रपति राज लगन का इन्ना ही फिक्र है फिर वो सियासी रैलियां बंद कर देन, जो तनाव पैदा होया खत्म हो जाएगा, राष्ट्रपति राज नहीं लगूगा। ਜਿਹੜੀ ਸਿਆਸੀ ਪਾਰਟੀ ਲੋਕਾਂ 'ਚੋਂ ਆਈਸੋਲੇਟ ਹੋਣਾ ਚਾਹੁੰਦੀ ਹੈ, ਨਿਖੜਨਾ ਚਾਹੁੰਦੀ ਹੈ, ਉਹ ਸਿਆਸੀ ਰੈਲੀ ਕਰੂਗੀ, ਲੋਕ ਉਹਦਾ ਵਿਰੋਧ ਵੀ ਕਰਨਗੇ। ਤੇ ਜਿਹੜੀ ਕੋਈ ਆਪਣੇ ਆਪ ਹੀ ਇਸ ਤਰ੍ਹਾਂ ਦੀ ਸਿਆਸੀ ਖੁਦਕੁਸ਼ੀ ਕਰਨਾ ਚਾਹੂਗੀ ਜਥੇਬੰਦੀ ਪਾਰਟੀ, ਇਹ ਫਿਰ ਉਹਨਾਂ ਦੀ ਮਰਜ਼ੀ ਹੈਗੀ ਆ। ਅਦਰਵਾਈਜ਼ ਪੰਜਾਬ ਦੇ ਵਿੱਚ ਹੁਣ ਸਿਆਸੀ ਰੈਲੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ। ਤੁਸੀਂ ਉਹਨਾਂ ਦਾ ਜਵਾਬ ਦਿੱਤਾ ਜਿਵੇਂ ਉਹਨਾਂ ਨੇ ਗੱਲ ਕਹੀ ਵੀ ਸਾਡਾ ਲੋਕਤੰਤਰੀ ਅਧਿਕਾਰ ਆ ਪ੍ਰਚਾਰ ਕਰਨ ਦਾ, ਚੋਣ ਪ੍ਰਚਾਰ ਕਰਨ ਦਾ। ਕੀ ਦਲੀਲ ਸੀ ਆਪ? ਲੋਕਤੰਤਰ ਵੀ ਲੋਕਾਂ ਨਾਲ ਹੀ ਹੈ ਨਾ। ਲੋਕ ਤਾਂ ਲੜਾਈ ਲੜ ਰਹੇ ਰੋਜੀ ਰੋਟੀ ਬਚਾਉਣ ਦੀ, ਆਪਣੀ ਜ਼ਮੀਨ ਬਚਾਉਣ ਦੀ। ਕਿ ਇਹ ਲੋਕਾਂ ਨੂੰ ਪਾਸੇ ਕਰਕੇ ਕੋਈ ਲੋਕਤੰਤਰ ਬਣਾਉਣਾ? ਕੁਝ ਲੋਕਾਂ ਦਾ ਕਹਿਣਾ ਵੀ ਜਿੱਥੇ ਅਕਾਲੀਆਂ ਦੀ ਰੈਲੀ ਹੁੰਦੀ ਉੱਥੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਵੀ ਕਿਸਾਨਾਂ ਦੇ ਨਾਲ ਰਲ ਕੇ ਉਹ ਕਰਦੇ ਆ, ਪ੍ਰੋਟੈਸਟ ਕਰਦੇ ਆ ਉਹਨਾਂ ਦੇ ਖਿਲਾਫ। ਤੇ ਜਿੱਥੇ ਕਾਂਗਰਸ ਦਾ ਪ੍ਰੋਗਰਾਮ ਹੁੰਦਾ ਉੱਥੇ ਅਕਾਲੀਆਂ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਵਿਰੋਧ ਕਰਦੇ ਆ ਉੱਥੇ ਜਾ ਕੇ। ਕੀ ਇੱਦਾਂ ਦਾ ਵਰਤਾਰਾ ਵਾਪਰ ਰਿਹਾ ਜਾਂ ਨਹੀਂ? ਤੇ ਹੁਣ ਲੋਕਾਂ ਨੂੰ ਲੱਗਦਾ ਕਿ ਜਦੋਂ ਅਸੀਂ ਆਪਣੀ ਰੋਜੀ ਰੋਟੀ ਦੀ ਲੜਾਈ ਲੜਨ ਲੱਗੇ ਆ ਤੇ ਹੁਣ ਇਹ ਵਿੱਚ ਆਪਣੀ ਚੋਣ ਦੀ ਡੁਗਡੁਗੀ ਵਜਾ ਕੇ ਸਾਡੇ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਇਹ ਰੋਸ ਆ ਲੋਕਾਂ ਦਾ ਤੇ ਇਹ ਰੋਸ ਉਹ ਹਰ ਥਾਂ ਤੇ ਪ੍ਰਗਟਾ ਰਹੇ ਆ ਜਿੱਥੇ ਇਹ ਰੈਲੀ ਕਰਨ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਦਾ ਮਿਰਰ ਪੰਜਾਬ ਟੀਵੀ ਤੇ ਤੁਹਾਡਾ ਨਿੱਘਾ ਸਵਾਗਤ ਹੈ। ਮੈਂ ਕਰਮ ਸਿੱਖਾ। ਦੋਸਤੋ, ਪਿਛਲੇ ਸਮੇਂ ਦੇ ਵਿੱਚ ਪੰਜਾਬ 'ਚ ਇੱਕ ਸਿਆਸੀ ਜਮੂਦ ਬਣਿਆ ਹੋਇਆ ਸੀ ਕਿ ਸਿਆਸੀ ਪਾਰਟੀਆਂ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਇਹ ਪਹਿਲੀ ਵਾਰ ਹੋਇਆ ਕਿ ਸਿਆਸੀ ਪਾਰਟੀਆਂ ਨੂੰ ਲੋਕ ਸਵਾਲ ਕਰ ਰਹੇ ਆ। ਨਹੀਂ ਅੱਜ ਤੱਕ ਇੱਦਾਂ ਹੁੰਦਾ ਸੀ, ਜੇ ਕੋਈ ਸਵਾਲ ਕਰਨ ਦੀ ਹਿੰਮਤ ਵੀ ਕਰਦਾ ਸੀ ਤਾਂ ਉਹ 'ਤੇ ਕੇਸ ਦਰਜ ਕਰ ਦਿੱਤਾ ਜਾਂਦਾ ਸੀ। ਪਰ ਹੁਣ ਜਦੋਂ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਇੱਕ ਕਿਸਾਨ ਲਹਿਰ ਉੱਠੀ ਆ, ਕਿਸਾਨ ਮੋਰਚਾ ਚੱਲ ਰਿਹਾ, ਇੱਕ ਸਿਆਸੀ ਬਦਲਾਅ ਆਇਆ ਔਰ ਉਸ ਬਦਲਾਅ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਸਵਾਲ ਹੋਣੇ ਸ਼ੁਰੂ ਹੋਏ ਆ। ਜੋ ਚੋਣ ਮੈਨੀਫੈਸਟੋ ਦੇ ਵਿੱਚ ਉਹ ਵਾਅਦੇ ਕਰਦੇ ਆ, ਉਹਨਾਂ ਵਾਅਦਿਆਂ ਦੇ ਉੱਤੇ ਗੱਲ ਕਰਨੀ ਸ਼ੁਰੂ ਕੀਤੀ ਆ ਲੋਕਾਂ ਨੇ। ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਇਹਨਾਂ ਗੱਲਾਂ ਨੂੰ ਲੈ ਕੇ ਲਾਠੀਚਾਰਜ ਵੀ ਹੋਇਆ ਲੋਕਾਂ 'ਤੇ। ਜਿਵੇਂ ਮੋਗਾ ਦਾ ਲਾਠੀਚਾਰਜ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਮੋਗੇ 'ਚ ਵੀ ਇਸ ਤੋਂ ਬਿਨਾਂ ਕਰਨਾਲ ਦੇ ਵਿੱਚ ਵੀ ਹੋਇਆ ਤੇ ਕਰਨਾਲ ਦੇ ਵਿੱਚ ਦੁਬਾਰਾ ਵੀ ਮੋਰਚਾ ਚੱਲ ਰਿਹਾ। ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਗੱਲ ਆਈ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ ਜੇ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਕਾਰਕੁਨ ਇੱਦਾਂ ਦਾ ਵਰਤਾਵ ਕਰਦੇ ਆ ਸਿਆਸੀ ਪਾਰਟੀਆਂ ਨਾਲ, ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ। ਇੱਕ ਬਿਆਨ ਇਹ ਵੀ ਆਇਆ ਕਿ ਇਹ ਉਹਨਾਂ ਦਾ ਡੈਮੋਕ੍ਰੈਟਿਕ ਅਧਿਕਾਰ ਆ, ਰਾਈਟ ਆ ਰਾਜਨੀਤਿਕ ਪਾਰਟੀਆਂ ਦਾ ਪ੍ਰਚਾਰ ਕਰਨਾ, ਤੇ ਸੰਯੁਕਤ ਕਿਸਾਨ ਮੋਰਚਾ ਇਹ ਕਿਉਂ ਕਰ ਰਿਹਾ। ਇਹ ਸਾਰੇ ਸਵਾਲਾਂ ਦੇ ਸੰਬੰਧ ਵਿੱਚ ਅੱਜ ਮੀਟਿੰਗ ਸੀ ਸੰਯੁਕਤ ਕਿਸਾਨ ਮੋਰਚੇ ਦੀ ਸਿਆਸੀ ਪਾਰਟੀਆਂ ਦੇ ਨਾਲ। ਕੀ ਗੱਲ ਹੋਈ, ਸਾਡੇ ਨਾਲ ਨੇ ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਰਜਿੰਦਰ ਜੀ, ਅੱਜ ਦੀ ਮੀਟਿੰਗ ਦੇ ਵਿੱਚ ਅਹਿਮ ਗੱਲ ਕੀ ਰਹੀ ਹੈ, ਕੀ ਫੈਸਲਾ ਹੋਇਆ ਜੀ? ਦੇਖੋ ਬਾਈ ਜੀ, ਅੱਜ ਬਿਲਕੁਲ ਸਾਫ਼ ਉਹਨਾਂ ਨੂੰ ਕਿਹਾ ਗਿਆ ਕਿ ਜਦ ਤੱਕ ਚੋਣ ਜਾਬਤਾ ਨਹੀਂ ਲੱਗਦਾ ਪੰਜਾਬ 'ਚ ਸਿਆਸੀ ਸਰਗਰਮੀ ਜਿਹੜੀ ਸਾਰੀਆਂ ਸਿਆਸੀ ਪਾਰਟੀਆਂ ਉਹ ਬੰਦ ਕਰ ਦੇਣ। ਅਕਾਲੀ ਦਲ ਅਤੇ ਕਾਂਗਰਸ ਤੋਂ ਬਿਨਾਂ ਆਮ ਆਦਮੀ ਪਾਰਟੀ, ਲੈਫਟ ਪਾਰਟੀਜ਼, ਸੰਯੁਕਤ ਜਿਹੜਾ ਅਕਾਲੀ ਦਲ ਆ, BSP, ਇਹਨਾਂ ਨੇ ਬਹੁਤ ਸਾਫ਼ ਕਿਹਾ ਕਿ ਜੋ ਸੰਯੁਕਤ ਕਿਸਾਨ ਮੋਰਚਾ ਕਹੇਗਾ ਅਸੀਂ ਉਹ ਕਰਾਂਗੇ। ਉਹਨਾਂ ਨੂੰ ਬਿਲਕੁਲ ਸਪਸ਼ਟ ਕਿਹਾ ਗਿਆ ਕਿ ਪੰਜਾਬ ਦੀ ਜਿਹੜੀਆਂ ਸਿਆਸੀ ਰੈਲੀਆਂ ਨੇ ਉਹ ਬੰਦ ਕੀਤੀਆਂ ਜਾਣ, ਕਿਉਂਕਿ ਇਹਦੇ ਨਾਲ ਜਿਹੜਾ ਦਿੱਲੀ ਮੋਰਚਾ ਹੈਗਾ ਉਹ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਹਟਦਾ।
ਤੇ ਉਹਦੇ 'ਚ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਬਾਕੀ ਪਾਰਟੀਆਂ ਜਿਹਦੇ 'ਚ ਆਮ ਆਦਮੀ ਪਾਰਟੀ, ਲੈਫਟ ਪਾਰਟੀਜ਼, ਸੰਯੁਕਤ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਇਹਨਾਂ ਨੇ ਕਿਹਾ ਵੀ ਸੀ ਸੰਯੁਕਤ ਕਿਸਾਨ ਮੋਰਚਾ ਜੋ ਕਹੂਗਾ ਅਸੀਂ ਉਹ ਨਾਲ ਆ। ਤੇ ਹੁਣ ਦੇਖਦੇ ਹਾਂ ਕਿ ਕਿਹੜੀ ਪਾਰਟੀ ਰੁਕਦੀ ਹੈ, ਕਿਹੜੀ ਨਹੀਂ ਰੁਕਦੀ ਗੀ। ਉਂਝ ਸਪਸ਼ਟ ਸੰਕੇਤ ਸਾਰਿਆਂ ਨੂੰ ਦੇ ਦਿੱਤਾ ਗਿਆ, ਸਪਸ਼ਟ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸਿਆਸੀ ਰੈਲੀਆਂ ਜਿਹੜੀਆਂ ਨੇ ਬਿਲਕੁਲ ਉਹ ਬੰਦ ਕੀਤੀਆਂ ਜਾਣ। ਅੱਛਾ, ਇਹ ਜਿਹੜੀ ਗੱਲ ਇੱਕ ਆ ਰਹੀ ਕੁਝ ਲੀਡਰਾਂ ਵੱਲੋਂ, ਜਿਵੇਂ ਉਗਰਾਹਾਂ ਜੀ ਨੇ ਵੀ ਕਿਹਾ ਸੀ ਵੀ ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ, ਤੇ ਕਿਤੇ ਚਲੂਨੀ ਸਾਹਿਬ ਕਹਿ ਰਹੇ ਆ ਵੀ ਨਹੀਂ ਵੋਟਾਂ 'ਚ ਖੜਨਾ ਆ ਅਸੀਂ, ਤੇ ਕਿਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਵੀ ਨਹੀਂ ਇਹਦਾ ਵਿਰੋਧ ਕਰਨਾ। ਇਹ ਅਲੱਗ-ਅਲੱਗ ਵਿਚਾਰ ਕਿਉਂ ਆ ਰਹੇ ਆ, ਇਹਦਾ ਕੀ ਰੀਜ਼ਨ? ਕਿਉਂਕਿ ਬੰਦੇ ਸਾਰੇ ਅਲੱਗ-ਅਲੱਗ ਆ, ਜਥੇਬੰਦੀਆਂ ਅਲੱਗ-ਅਲੱਗ ਨੇ, ਇਸ ਕਰਕੇ ਵਿਚਾਰ ਅਲੱਗ-ਅਲੱਗ ਆ। ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਵਜੂਦ ਆ ਉਹਦੇ 'ਤੇ ਸਵਾਲ ਨਹੀਂ ਉੱਠਦਾ? ਨਹੀਂ, ਇਹਦੇ ਨਾਲ ਇਸ ਸੰਯੁਕਤ ਕਿਸਾਨ ਮੋਰਚੇ ਦੇ ਵਜੂਦ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਗਾ। ਅਲੱਗ-ਅਲੱਗ ਸਮਝ ਵਾਲੇ ਇਹਦੇ 'ਚ ਜਿਹੜੇ ਨੇ ਕਰਦੇ ਹੋਣੇ ਆ ਨਾ, ਉੱਥੇ ਬੈਠ ਕੇ ਕਿਰਾਏ ਕਰਕੇ ਬਿਆਨ ਦਿੰਦੇ ਹੋਣੇ ਆ, ਜਾਂ ਉਹਨਾਂ 'ਤੇ ਕੋਈ ਬੈਨ ਨਹੀਂ ਲੱਗਦਾ? ਨਹੀਂ, ਹੁਣ ਚੜੂਨੀ ਸਾਹਿਬ ਨੂੰ ਰੋਕਿਆ, ਉਹਨਾਂ ਦੇ ਜਿਹੜੀ ਜ਼ਾਬਤਾ ਕਾਰਵਾਈ ਵੀ ਹੋਈ ਹੈ ਉਹ ਫਿਰ ਵੀ ਨਹੀਂ ਰੋਕ ਸਕਦੇ ਗੇ। ਪਰ ਇਸ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਵੀ ਇੱਦਾਂ ਨਾ ਜਾਵੇ ਕਿ ਵੀ ਕਿਸੇ 'ਤੇ ਕੋਈ ਬਹੁਤ ਸਖਤ ਐਕਸ਼ਨ ਲੈ ਲਿਆ। ਇਸ ਕਰਕੇ ਜਿਹੜਾ ਅਸੀਂ ਇੱਕ ਵਾਰੀ ਉਹਨਾਂ 'ਤੇ ਜ਼ਾਬਤਾ ਕਾਰਵਾਈ ਕਰਕੇ ਸਪਸ਼ਟ ਸੰਕੇਤ ਦੇ ਦਿੱਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਪੋਜੀਸ਼ਨ ਜਿਹੜੀ ਨਹੀਂ ਗਈ, ਉਹਨਾਂ ਦੀ ਜਿਹੜੀ ਨਿੱਜੀ ਪੋਜੀਸ਼ਨ ਆ। ਜਿੱਥੋਂ ਤੱਕ ਉਗਰਾਹਾਂ ਜੀ ਨੇ ਕਿਹਾ ਰਾਸ਼ਟਰਪਤੀ ਰਾਜ ਬਾਰੇ, ਮੈਂ ਨਹੀਂ ਸੁਣਿਆ ਉਹਨਾਂ ਨੇ ਕੀ ਕਿਹਾ ਹੈਗਾ। ਜਿਹੜੀਆਂ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਉਹ ਲਗਾਤਾਰ ਇਸ ਗੱਲ 'ਤੇ ਲਗਾਤਾਰ ਜ਼ੋਰ ਜਿਹੜੀਆਂ ਨੇ ਉਹ ਲਾ ਰਹੀਆਂ ਨੇ ਕਿ ਵੀ ਰਾਸ਼ਟਰਪਤੀ ਰਾਜ ਲੱਗ ਜੂ, ਰਾਸ਼ਟਰਪਤੀ ਰਾਜ ਲੱਗ ਜੂਗਾ। ਉਹ ਅਸਲ ਦੇ ਵਿੱਚ ਜਿਹੜਾ ਉਹ ਆਪਣਾ ਸਿਆਸੀ ਪ੍ਰੋਗਰਾਮ ਕਰ ਰਹੇ ਆ ਵੋਟਾਂ ਦੀ ਤਿਆਰੀ ਵਾਸਤੇ। ਲੋਕ ਸਵਾਲ ਪੁੱਛ ਰਹੇ ਆ, ਲੋਕ ਵਿਰੋਧ ਕਰ ਰਹੇ ਆ। ਤਾਂ ਉਹ ਜਦੋਂ ਵਿਰੋਧ ਕਰ ਰਹੇ ਹੈਗੇ ਆ, ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ, ਲੋਕ ਜਦੋਂ ਤਲਖੀ 'ਚ ਆਉਂਦੇ ਆ ਤਾਂ ਉਸ ਘਬਰਾਹਟ 'ਚ ਉਹ ਲਗਾਤਾਰ ਕਹਿ ਰਹੇ ਕਿ ਰਾਸ਼ਟਰਪਤੀ ਰਾਜ ਲੱਗ ਜੂ, ਰਾਸ਼ਟਰਪਤੀ ਰਾਜ ਲੱਗ ਜੂ। ਜੇ ਉਹਨਾਂ ਨੂੰ ਵਾਕਈ ਰਾਸ਼ਟਰਪਤੀ ਰਾਜ ਦਾ ਲੱਗਣ ਦਾ ਫਿਕਰ ਹੈ, ਰਾਸ਼ਟਰਪਤੀ ਰਾਜ ਕਿਸ ਆਧਾਰ 'ਤੇ ਕਹਿ ਰਹੇ ਆ ਕਿ ਸਿਆਸੀ ਪਾਰਟੀਆਂ ਦਾ ਵਿਰੋਧ ਹੋ ਰਿਹਾ, ਸਿਆਸੀ ਰੈਲੀਆਂ ਦਾ ਵਿਰੋਧ ਹੋ ਰਿਹਾ, ਉਹਦੇ ਕਰਕੇ ਤਣਾਅ ਪੈਦਾ ਹੋ ਰਿਹਾ। ਅਤੇ ਜੇ ਉਹਨਾਂ ਨੂੰ ਰਾਸ਼ਟਰਪਤੀ ਰਾਜ ਲੱਗਣ ਦਾ ਇੰਨਾ ਹੀ ਫਿਕਰ ਆ, ਫਿਰ ਉਹ ਸਿਆਸੀ ਰੈਲੀਆਂ ਬੰਦ ਕਰ ਦੇਣ, ਜਿਹੜਾ ਤਣਾਅ ਪੈਦਾ ਹੋਇਆ ਖਤਮ ਹੋ ਜਾਊਗਾ, ਰਾਸ਼ਟਰਪਤੀ ਰਾਜ ਨਹੀਂ ਲੱਗੂਗਾ। ਅੱਛਾ, ਅੱਜ ਦੀ ਮੀਟਿੰਗ 'ਚ ਨਵਜੋਤ ਸਿੱਧੂ ਜੀ ਆਏ ਸੀ, ਉਹਨਾਂ ਵੱਲੋਂ ਕੀ ਰਿਐਕਸ਼ਨ ਸੀ ਵੀ ਹਾਂ ਉਹਨਾਂ ਨੇ ਕਿਹਾ ਵੀ ਅਸੀਂ ਬੰਦ ਕਰਾਂਗੇ ਆਪਣੀ ਸਿਆਸੀ ਪਾਰਟੀ ਰੈਲੀਆਂ? ਨਹੀਂ, ਸਪਸ਼ਟ ਨਹੀਂ ਕਿਹਾ। ਉਹਨਾਂ ਨੇ ਕਿਹਾ ਇਸ ਤਰ੍ਹਾਂ ਵੱਡੀਆਂ ਰੈਲੀਆਂ ਕਰ ਨਹੀਂ ਰਹੇ, ਅਸੀਂ ਤਾਂ ਵਰਕਰਾਂ ਦੀਆਂ ਮੀਟਿੰਗਾਂ ਕਰ ਰਹੇ ਹਾਂ, ਇਹ ਸਾਡਾ ਜਿਹੜਾ ਡੈਮੋਕ੍ਰੈਟਿਕ ਰਾਈਟ ਹੈਗਾ। ਤੋ ਉਹਦੇ 'ਤੇ ਉਹਨਾਂ ਨੂੰ ਸਾਫ਼ ਕਿਹਾ ਕਿ ਤੁਸੀਂ ਇੱਕ ਤਾਂ ਇਹ ਬੰਦ ਕਰੋ, ਦੂਸਰਾ ਜਿਹੜੀਆਂ ਹੁਣ ਝੋਨੇ ਦੀ ਫਸਲ ਸਿਰ 'ਤੇ ਆਉਣ ਵਾਲੀ ਆ, ਤੁਸੀਂ ਫਰਦਾਂ ਮੰਗ ਰਹੇ ਹੋ ਵੀ ਇਹ ਬੜਾ ਕੰਪਲੈਕਸ ਮਾਮਲਾ ਹੈਗਾ ਫਰਦਾਂ ਦਾ। ਲੋਕਾਂ ਦੇ ਤਕਸੀਮ ਦੇ ਕੇਸ ਚੱਲਦੇ ਹੈਗੇ ਆ, ਮੁਸ਼ਤਰਕਾ ਖਾਤੇ ਨੇ ਅਜੇ ਤਕਸੀਮ ਦੇ ਕੇਸ ਲੰਬੇ ਜਿਹੜੇ ਕੋਰਟਾਂ ਦੇ ਵਿੱਚ ਪੈਂਡਿੰਗ ਪਏ ਹੋਏ ਬਹੁਤ ਸਾਰਿਆਂ ਦੇ। ਤਾਂ ਉਹਨਾਂ ਦੀ ਜਿਹੜੀ ਫਸਲ ਵੇਚਣ ਦੀ ਦਿੱਕਤ ਆਊਗੀ, ਜਿਹੜੇ NRI ਆ ਬਾਹਰ ਬੈਠਣ ਦੀ ਜ਼ਮੀਨ ਇੱਥੇ ਆ ਉਹਨਾਂ ਨੂੰ ਦਿੱਕਤ ਆਊਗੀ। ਬਹੁਤ ਸਾਰੇ ਲੋਕਾਂ ਨੇ, ਕਿਸੇ ਨੇ ਜੰਗਲਾਤ ਦੀ ਜ਼ਮੀਨ ਆਬਾਦ ਕੀਤੀ ਹੋਈ ਆ, ਕਿਸੇ ਨੇ ਦਰਿਆ ਦੀ ਜ਼ਮੀਨ ਆਬਾਦ ਕੀਤੀ ਹੋਊਗੀ, ਰਜਿਸਟਰੀਆਂ ਉਹਨਾਂ ਦੇ ਨਾਮ ਨਹੀਂ ਹੈਗੀਆਂ, ਉਹ ਫਰਦਾਂ ਜਿਹੜੀਆਂ ਨੇ ਮਾਲਕੀ ਦੀਆਂ ਕਿੱਥੋਂ ਜਿਹੜੀਆਂ ਲਿਆ ਕੇ ਦੇਣਗੇ। ਬਹੁਤ ਸਾਰੇ ਮੁਲਾਜ਼ਮ ਨੇ। ਤਾਂ ਵੀ ਇਹ ਅਸਲ ਦੇ ਵਿੱਚ ਕਿ ਲੋਕਾਂ ਦੀ ਫਸਲ ਖਰੀਦਣ ਤੋਂ ਭੱਜਣ ਵਾਲੀ ਜਿਹੜੀ ਗੱਲ ਹੈਗੀ ਆ, ਅਤੇ ਇਹ ਜਿਹੜੀ ਤੁਸੀਂ ਗੱਲ ਲਾ ਰਹੇ ਉਹਨੂੰ ਜਿਹੜਾ ਬੰਦ ਕਰੋ। ਪਰ ਉਹਨਾਂ ਨੇ ਸਪਸ਼ਟ ਨਹੀਂ ਕਿਹਾ ਗਾ, ਪਰ 32 ਜਥੇਬੰਦੀਆਂ ਸਪਸ਼ਟ ਰੂਪ 'ਚ ਪੰਜਾਬ ਦੀ ਕਿਸਾਨੀ ਨੂੰ ਕਹਿ ਚੁੱਕੀਆਂ ਨੇ ਕਿ ਕੋਈ ਵੀ ਫਰਦ ਜਿਹੜੀ ਜਮ੍ਹਾਂ ਉਹ ਨਾ ਕਰਵਾਵੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਸਮਝੀਏ ਵੀ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਂ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸਿਆਸੀ ਪਾਰਟੀਆਂ ਦਾ, ਉਹ ਇੱਦਾਂ ਹੀ ਬਾਦਸਤੂਰ ਜਾਰੀ ਰਹੂਗਾ? ਦੇਖੋ, ਜਿਹੜੀ ਸਿਆਸੀ ਪਾਰਟੀ ਲੋਕਾਂ 'ਚੋਂ ਆਈਸੋਲੇਟ ਹੋਣਾ ਚਾਹੁੰਦੀ ਹੈ, ਨਿਖੜਨਾ ਚਾਹੁੰਦੀ ਹੈ, ਉਹ ਸਿਆਸੀ ਰੈਲੀ ਕਰੂਗੀ, ਲੋਕ ਉਹਦਾ ਵਿਰੋਧ ਵੀ ਕਰਨਗੇ। ਅਤੇ ਜਿਹੜੀ ਕੋਈ ਆਪਣੇ ਆਪ ਹੀ ਇਸ ਤਰ੍ਹਾਂ ਦੀ ਸਿਆਸੀ ਖੁਦਕੁਸ਼ੀ ਕਰਨਾ ਚਾਹੂਗੀ ਪਾਰਟੀ, ਇਹ ਫਿਰ ਉਹਨਾਂ ਦੀ ਮਰਜ਼ੀ ਹੈਗੀ ਆ। ਅਦਰਵਾਈਜ਼ ਪੰਜਾਬ ਦੇ ਵਿੱਚ ਹੁਣ ਸਿਆਸੀ ਰੈਲੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ। ਤੁਸੀਂ ਉਹਨਾਂ 'ਤੇ ਜਵਾਬ ਦਿੱਤਾ, ਜਿਵੇਂ ਉਹਨਾਂ ਨੇ ਗੱਲ ਕਹੀ ਵੀ ਸਾਡਾ ਲੋਕਤੰਤਰੀ ਅਧਿਕਾਰ ਆ ਪ੍ਰਚਾਰ ਕਰਨ ਦਾ, ਚੋਣ ਪ੍ਰਚਾਰ ਕਰਨ ਦਾ, ਕੀ ਦਲੀਲ ਸੀ ਆਪ? ਲੋਕਤੰਤਰ ਵੀ ਲੋਕਾਂ ਨਾਲ ਹੀ ਹੈ ਨਾ। ਲੋਕ ਤਾਂ ਲੜਾਈ ਲੜ ਰਹੇ ਰੋਜੀ ਰੋਟੀ ਬਚਾਉਣ ਦੀ, ਆਪਣੀ ਜ਼ਮੀਨ ਬਚਾਉਣ ਦੀ। ਕੀ ਇਹ ਲੋਕਾਂ ਨੂੰ ਪਾਸੇ ਕਰਕੇ ਕੋਈ ਲੋਕਤੰਤਰ ਬਣਾਉਣਾ? ਜੇ ਉਹ ਕਹਿੰਦੀਆਂ ਵਾਕਈ ਲੋਕਤੰਤਰ ਆ, ਅਸੀਂ ਵੀ ਲੋਕਾਂ ਦੀ ਕਦਰ ਕਰਦੇ ਹਾਂ, ਲੋਕਾਂ ਤੋਂ ਵੋਟਾਂ ਲੈਂਦੇ ਹਾਂ, ਫਿਰ ਲੋਕ ਤਾਂ ਇਹ ਫਲੈਕਸ ਬਣ ਰਹੇ ਵੀ ਸਾਡੇ ਪਿੰਡਾਂ 'ਚ ਨਾ ਆਓ ਜਿੰਨਾ ਸਮਾਂ ਦਿੱਲੀ ਮੋਰਚਾ ਚੱਲਦਾ। ਅਤੇ ਜੇ ਵਾਕਈ ਉਹ ਲੋਕਤੰਤਰੀ ਕਦਰਾਂ ਕੀਮਤਾਂ ਦੇ ਆਪਣੇ ਆਪ ਨੂੰ ਹਾਮੀ ਸਮਝਦੇ ਆ, ਫਿਰ ਲੋਕਾਂ ਦੀ ਇਸ ਭਾਵਨਾ ਦੀ ਕਦਰ ਕਰਨ। ਔਰ ਦਿੱਲੀ ਮੋਰਚਾ ਜਦ ਤੱਕ ਜਿੱਤਿਆ ਨਹੀਂ ਜਾਂਦਾ ਗਾ, ਉਹ ਸਿਆਸੀ ਪਾਰਟੀਆਂ ਆਪਣੀਆਂ ਵੋਟਾਂ ਲਈ ਸਰਗਰਮੀ ਜਿਹੜੀ ਉਹ ਬੰਦ ਕਰ ਦੇਣ।
ਜਿਹੜਾ ਵਿਰੋਧ ਹੋ ਰਿਹਾ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਤੇ ਹੋ ਰਿਹਾ ਜੇ ਲੋਕ ਆਪ ਮੁਹਾਰੇ ਕਰ ਰਹੇ ਆ ਬਹੁਤ ਸਾਰੇ ਇਹਦੇ ਵਿੱਚ ਕੁਝ ਲੋਕਾਂ ਦਾ ਕਹਿਣਾ ਵੀ ਜਿੱਥੇ ਅਕਾਲੀਆਂ ਦੀ ਰੈਲੀ ਹੁੰਦੀ ਉੱਥੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਵੀ ਕਿਸਾਨਾਂ ਦੇ ਨਾਲ ਰਲ ਕੇ ਉਹ ਕਰਦੇ ਆ ਪ੍ਰੋਟੈਸਟ ਕਰਦੇ ਆ ਉਹਨਾਂ ਦੇ ਖਿਲਾਫ ਤੇ ਜਿੱਥੇ ਕਾਂਗਰਸ ਦਾ ਪ੍ਰੋਗਰਾਮ ਹੁੰਦਾ ਉੱਥੇ ਅਕਾਲੀਆਂ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਵਿਰੋਧ ਕਰਦੇ ਆ ਉੱਥੇ ਜਾ ਕੇ ਕੀ ਇਦਾਂ ਦਾ ਵਰਤਾਰਾ ਵਾਪਰ ਰਿਹਾ ਜਾਂ ਨਹੀਂ? ਨਹੀਂ, ਇਹ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਕਿਸਾਨ ਜਥੇਬੰਦੀ ਨਹੀਂ ਵੀ ਗਈ ਉੱਥੇ ਵੀ ਲੋਕਾਂ ਨੇ ਆਪਣੇ ਫਲੈਕਸ ਜਿਹੜੇ ਆ ਉਹ ਬੰਨੇ ਹੈਗੇ ਆ ਕਿ ਸਾਡੇ ਪਿੰਡ ਕੋਈ ਵੀ ਸਿਆਸੀ ਲੀਡਰ ਜਿਹੜਾ ਉਹ ਨਾ ਵੜੇ। ਲੋਕਾਂ 'ਚ ਗੁੱਸਾ, ਲੋਕਾਂ 'ਚ ਰਿਜੈਂਟਮੈਂਟ ਆ, ਕਿਉਂਕਿ ਜਿੰਨੀਆਂ ਪੰਜਾਬ 'ਚ ਰਾਜ ਕਰਦੀਆਂ ਪਾਰਟੀਆਂ ਨੇ ਜਾਂ ਜਿਹੜੀਆਂ ਦਾਅਵੇਦਾਰ ਨੇ ਇਹਨਾਂ ਨੇ ਲੋਕਾਂ ਦਾ ਭਲਾ ਨਹੀਂ ਕੀਤਾ, ਲੋਕਾਂ ਨੂੰ ਸਿਰਫ ਝੂਠੇ ਜਿਹੜੇ ਲਾਰੇ ਆ ਉਹ ਲਾਏ ਹੋਏ ਆ। ਅਤੇ ਹੁਣ ਲੋਕਾਂ ਨੂੰ ਲੱਗਦਾ ਕਿ ਜਦੋਂ ਅਸੀਂ ਆਪਣੀ ਰੋਜੀ ਰੋਟੀ ਦੀ ਲੜਾਈ ਲੜਨ ਲੱਗੇ ਆ ਅਤੇ ਹੁਣ ਇਹ ਵਿੱਚ ਆਪਣੀ ਚੋਣ ਦੀ ਡੁਗਡੁਗੀ ਵਜਾ ਕੇ ਸਾਡੇ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਇਹ ਰੋਸ ਆ ਉਹ ਲੋਕਾਂ ਦਾ ਅਤੇ ਇਹ ਰੋਸ ਉਹ ਹਰ ਥਾਂ 'ਤੇ ਪ੍ਰਗਟਾ ਰਹੇ ਆ ਜਿੱਥੇ ਇਹ ਰੈਲੀ ਕਰਨ ਜਾਂਦੇ ਨੇ। ਰਜਿੰਦਰ ਜੀ, ਆਖਰੀ ਸਵਾਲ ਕਿ ਜਿਹੜੀ ਮੋਗੇ 'ਚ ਲਾਠੀ ਚਾਰਜ ਹੋਇਆ, ਕਿਸਾਨਾਂ 'ਤੇ ਪਰਚੇ ਦਰਜ ਹੋਇਆ, ਉਹਦੇ ਬਾਰੇ ਵੀ ਕੋਈ ਗੱਲ ਹੋਈ? ਅੱਜ ਫੈਸਲਾ ਹੋਇਆ ਕੋਈ ਉਹਦੇ ਬਾਰੇ? ਨਹੀਂ, ਉਹ ਕਿਹਾ ਗਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਪਰਚੇ ਵਾਪਸ ਲਓ। ਆਲਰੇਡੀ ਉਹ ਮੋਗਾ ਪ੍ਰਸ਼ਾਸਨ ਦੇ ਨਾਲ ਗੱਲ ਹੋ ਚੁੱਕੀ ਆ। ਮੋਗਾ ਪ੍ਰਸ਼ਾਸਨ ਨੇ ਇਹੀ ਕਿਹਾ ਕਿ ਅਸੀਂ 10 ਦਿਨਾਂ ਦੇ ਵਿੱਚ ਜਿਹੜੇ ਕੇਸ ਹੈਗੇ ਆ ਉਹ ਵਾਪਸ ਲਵਾਂਗੇ। ਉਹ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਹੋਰ ਬਹੁਤ ਸਾਰੇ ਲੋਕਾਂ 'ਤੇ ਇਰਾਦਾ ਕਤਲ ਜਿਹੜੇ ਪਰਚੇ ਮੋਗਾ ਪ੍ਰਸ਼ਾਸਨ ਨੇ ਜਿਹੜੇ ਦਰਜ ਸੀਗੇ ਉਹ ਕੀਤੇ ਸੀ। ਜੇ 10 ਦਿਨਾਂ 'ਚ ਵਾਪਸ ਨਹੀਂ ਹੋਣਗੇ ਤਾਂ ਉਹਦੇ 'ਤੇ ਵੀ ਜਿਹੜਾ ਮੋਰਚਾ ਉੱਥੇ ਲਾਇਆ ਜਾਊਗਾ। ਧੰਨਵਾਦ ਜੀ ਸਮਾਂ ਦੇਣ ਲਈ। ਇਹ ਸਨ ਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਸਪਸ਼ਟ ਦੱਸਿਆ ਕਿ ਸਿਆਸੀ ਪਾਰਟੀਆਂ ਦਾ ਵਿਰੋਧ ਆ ਜਿਹੜਾ ਉਹ ਇੱਦਾਂ ਹੀ ਹੁੰਦਾ ਰਹੇਗਾ ਔਰ ਜਦ ਤੱਕ ਕਿਸਾਨ ਮੋਰਚੇ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਆਪਣੀਆਂ ਹੱਕੀ ਮੰਗਾਂ ਲਈ, ਉਹਦਾ ਕੋਈ ਹੱਲ ਨਹੀਂ ਨਿਕਲ ਜਾਂਦਾ ਤਾਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਮੈਂ ਕਰਮ ਸੇਖਾ, ਕੈਮਰਾਮੈਨ ਸਾਹਿਲ ਦੇ ਨਾਲ। ਦੇਖਦੇ ਰਹੋ ਦਾ ਮਿਰਰ ਪੰਜਾਬ TV। ਧੰਨਵਾਦ।